ਭਾਰਤ ਦੇ ਮੰਤਰੀਆਂ ਦੇ ਬਿਆਨ, ਸੂਬਿਆਂ ਦੇ ਮੁੱਖ ਮੰਤਰੀਆਂ ਦੇ ਬਿਆਨ ਤੁਹਾਡੇ ਯਾਦ ਚੇਤਿਆਂ 'ਚ ਹੋਣਗੇ, ਜਿਹੜੇ ਕਹਿੰਦੇ ਰਹੇ ਨੇ ਪਾਕਿਸਤਾਨ ਚਲੇ ਜਾਓ, ਪਾਕਿਸਤਾਨ ਭੇਜ ਦਿਓ, ਗੋਲੀ ਮਾਰੋ ਸਾਲੋਂ ਕੋ। ਅਜਿਹੇ ਬਿਆਨਾਂ ਨੂੰ ਲੈ ਕੇ ਵੱਡੇ ਸਵਾਲ ਹੁੰਦੇ ਰਹੇ ਨੇ ਕਿ ਕੀ ਇਹ ਰਾਜਨੀਤਿਕ ਲੀਡਰਾਂ ਦੀ ਬੋਲੀ ਹੈ, ਕੀ ਇਹ ਸੰਵਿਧਾਨਕ ਅਹੁਦਿਆਂ ਤੇ ਬੈਠੇ ਵਿਅਕਤੀਆਂ ਦੀ ਬੋਲੀ ਹੈ, ਕੀ ਅਜਿਹੀ ਭਾਸ਼ਾ ਹੋਣੀ ਚਾਹੀਦੀ ਹੈ। ਅਜਿਹੇ ਮਸਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਇੱਕ ਪਟੀਸ਼ਨ ਪਹੁੰਚਦੀ ਹੈ। ਉਸ ਪਟੀਸ਼ਨ ਦੇ ਆਧਾਰ ਤੇ ਅੱਜ 5 ਮਾਣਯੋਗ ਜੱਜਾਂ ਦਾ ਬੈਂਚ ਇੱਕ ਫੈਸਲਾ ਸੁਣਾਉਂਦਾ ਹੈ ਕਿ ਜੇਕਰ ਕੋਈ ਅਜਿਹੀ ਭਾਸ਼ਾ ਵਰਤੀ ਜਾਂਦੀ ਹੈ, ਆਪੱਤੀਜਨਕ ਬੋਲ ਬੋਲੇ ਜਾਂਦੇ ਨੇ, ਤਾਂ ਉਹਦੇ ਲਈ ਉਹ ਵਿਅਕਤੀ ਜ਼ਿੰਮੇਵਾਰ ਹੋਏਗਾ। ਜੇਕਰ ਉਸ ਖਾਸ ਕਰ ਕਿਸੇ ਸੰਵਿਧਾਨਕ ਅਹੁਦੇ ਤੇ ਹੈ ਤਾਂ ਵੀ ਉਹ ਜ਼ਿੰਮੇਵਾਰ ਹੋਏਗਾ, ਸਰਕਾਰ ਨਹੀਂ। ਕੀ ਮੰਤਰੀਆਂ ਦੇ ਬੋਲ ਸਰਕਾਰੀ ਬੋਲ ਨਹੀਂ ਹੁੰਦੇ? ਕੀ ਮੰਤਰੀਆਂ ਦੇ ਮਾੜੇ ਚੰਗੇ ਬੋਲ ਸਰਕਾਰ ਦੇ ਬੋਲ ਮੰਨੇ ਜਾਣ ਜਾਂ ਨਹੀਂ ਮੰਨੇ ਜਾਣ? ਇਸ ਨੂੰ ਲੈ ਕੇ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਕੱਲ ਹੀ ਇਹੀ 5 ਜੱਜਾਂ ਦੇ ਬੈਂਚ ਨੇ ਨੋਟਬੰਦੀ ਨੂੰ ਲੈ ਕੇ ਵੀ ਫੈਸਲਾ ਸੁਣਾਇਆ। ਸੋ ਉਸ ਨੂੰ ਲੈ ਕੇ ਵੀ ਦੋਹਰੀ ਚਰਚਾ ਖੜੀ ਹੈ। ਪਰ ਅੱਜ ਅਸੀਂ ਇਸ ਆਪੱਤੀਜਨਕ, ਜਿਹਨੂੰ ਹੇਟ ਸਪੀਚ ਦੇ ਬਿਆਨ ਨਾਲ ਵੀ ਸਮਝਿਆ ਜਾ ਸਕਦਾ ਹੈ, ਉਸ ਪਹਿਲੂ ਤੇ ਚਰਚਾ ਕਰਨ ਜਾ ਰਹੇ ਹਾਂ। ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਭਾਜੀ ਮੌਜੂਦ ਨੇ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਦੋਂ ਸ਼ਾਹੀਨ ਬਾਗ ਦਾ ਅੰਦੋਲਨ ਚੱਲਦਾ, ਉਸ ਤੋਂ ਬਾਅਦ ਚੋਣਾਂ ਹੁੰਦੀਆਂ ਦਿੱਲੀ ਦੇ ਵਿੱਚ, ਆਪਾਂ ਦੇਖਦੇ ਹਾਂ ਕਿ ਉਸ ਸਮੇਂ ਬਿਆਨ ਅਜਿਹੇ ਆਉਂਦੇ ਨੇ ਇੱਕ ਦੂਜੇ ਪਾਰਟੀਆਂ ਦੇ ਖਿਲਾਫ, ਵਿਅਕਤੀਆਂ ਦੇ ਖਿਲਾਫ, ਜਾਂ ਕੁਝ ਧਿਰਾਂ ਜਿਹੜੀਆਂ ਸਵਾਲ ਵੀ ਕਰਦੀਆਂ ਨੇ ਸਰਕਾਰ ਨੂੰ, ਉਹਨਾਂ ਨੂੰ ਵੀ ਦੇਸ਼ ਧਰੋਹੀ ਐਲਾਨ ਦਿਓ ਜੀ, ਇਹਨਾਂ ਨੂੰ ਪਾਕਿਸਤਾਨ ਭੇਜ ਦਿਓ ਜੀ, ਅਜਿਹੀ ਭਾਸ਼ਾ ਵਰਤੀ ਜਾਂਦੀ ਹੈ। ਸੋ ਅੱਜ ਸੁਪਰੀਮ ਕੋਰਟ ਨੇ ਇਸ ਪਹਿਲੂ ਨੂੰ ਲੈ ਕੇ ਗੌਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮੰਤਰੀ ਮਾੜਾ ਬਿਆਨ ਬੋਲਦਾ ਹੈ, ਗਲਤ ਸ਼ਬਦ ਬੋਲਦਾ, ਤਾਂ ਉਹਦੇ ਲਈ ਉਹ ਸਿੱਧਾ ਜ਼ਿੰਮੇਵਾਰ ਹੋਏਗਾ, ਸਰਕਾਰ ਨਹੀਂ। ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਅਸਲ ਦੇ ਵਿੱਚ ਇਹ 5 ਜੱਜਾਂ ਦਾ ਸੰਵਿਧਾਨਕ ਬੈਂਚ ਦਾ ਫੈਸਲਾ ਹੈ। ਪਹਿਲਾਂ ਥੋੜਾ ਜਿਹਾ ਮੇਰੇ ਖਿਆਲ ਦਰਸ਼ਕਾਂ ਨੂੰ ਇਹ ਪਤਾ ਲੱਗ ਜਾਏ ਕੇਸ ਕੀ ਹੈ, ਕਦੋਂ ਕਿ ਆਇਆ ਸੀ। ਇਹ ਇੱਕ ਕੇਸ ਸੀ ਯੂਪੀ ਦੇ ਬੁਲੰਦ ਸ਼ਹਿਰ ਦਾ ਜੀ। ਬੁਲੰਦ ਸ਼ਹਿਰ ਦੇ ਵਿੱਚ ਇੱਕ 35 ਸਾਲਾ ਔਰਤ ਤੇ ਉਹਦੀ ਬੱਚੀ ਨਾਲ ਸਮੂਹਿਕ ਜਬਰ ਜਨਾਹ ਹੋਇਆ ਸੀ। ਸਮੂਹਿਕ ਜਬਰ ਜਨਾਹ ਹੋਇਆ ਸੀ ਤਾਂ ਉੱਥੇ ਮੰਤਰੀ ਸੀਗੇ ਜਿਹੜੇ ਆਜ਼ਮ ਖਾਨ, ਆਪਣੇ ਅਖਿਲੇਸ਼ ਗਵਰਨਮੈਂਟ ਦੇ, ਸਮਾਜਵਾਦੀ ਪਾਰਟੀ ਦੇ ਵੱਡੇ ਆਗੂ ਵੀ ਨੇ। ਉਹਨਾਂ ਦਾ ਇੱਕ ਬਿਆਨ ਇਹ ਆਇਆ ਸੀ ਵੀ ਇੱਥੇ ਕੁਝ ਨਹੀਂ ਹੋਇਆ, ਇਹ ਸਾਰਾ ਸਰਕਾਰ ਨੂੰ ਬਦਨਾਮ ਕਰਨ ਦਾ ਇੱਕ ਤਰੀਕਾ ਹੈ, ਇਹ ਰੇਪ ਰਾਜਨੀਤਿਕ ਸਾਜ਼ਿਸ਼ ਹੈ, ਕੁਝ ਏਦਾਂ ਦਾ ਸ਼ਬਦ ਸੀ। ਮਤਲਬ ਇਹ ਸਰਕਾਰ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਔਰ ਇਸੇ ਤਰੀਕੇ ਦੇ ਨਾਲ ਉਹ ਜਿਹੜੀ ਸਾਜ਼ਿਸ਼ ਦੀ ਗੱਲ ਆਉਂਦੀ ਹੈ, ਨਾਰਮਲੀ ਵੀ ਅਸੀਂ ਦੇਖਦੇ ਹਾਂ ਇਕੱਲਾ ਆਜ਼ਮ ਖਾਨ ਨਹੀਂ, ਜਦ ਵੀ ਕੋਈ ਕਿਸੇ ਧਿਰ ਤੇ ਐਲੀਗੇਸ਼ਨ ਲੱਗਦਾ ਹੈ, ਉਹ ਇਹੀ ਕਹਿੰਦੇ ਨੇ ਕਿ ਸਰਕਾਰ ਨੂੰ ਬਦਨਾਮ ਕਰਨ ਦੀ ਗੱਲ ਹੈ, ਜਾਂ ਬਾਕੀ ਜਾਂ ਪੋਲੀਟੀਕਲੀ ਪਾਰਟੀ ਨੂੰ ਬਦਨਾਮ ਕਰਨ ਦੀ ਗੱਲ ਹੈ, ਜਾਂ ਪਰਿਵਾਰ ਨੂੰ ਬਦਨਾਮ ਕਰਨ ਦੀ ਗੱਲ ਹੈ। ਉਹ ਸਾਰਾ ਮਾਮਲਾ ਆਇਆ ਤੇ ਉਸ ਮਾਮਲੇ ਦੇ ਵਿੱਚ ਫਿਰ ਇਹਨੇ ਤਾਂ ਮਾਫੀ ਮੰਗ ਲਈ 2016 ਚ। ਠੀਕ ਹੈ ਜੀ। ਆਜ਼ਮ ਖਾਨ ਨੇ ਉਹਨੂੰ ਜਿਹੜੀ ਉੱਚ ਅਦਾਲਤ, ਸਰਵਉੱਚ ਅਦਾਲਤ ਨੇ ਕਹਿਤਾ ਚਲੋ ਜਨਤਕ ਜਿਹੜੀ ਮਾਫੀ ਮੰਗੀ, ਅਨਕੰਡੀਸ਼ਨਲ ਮਾਫੀ ਮੰਗੀ ਆਪਦੇ ਬਿਆਨ ਤੇ, ਉਹਨੂੰ ਤਾਂ ਉਹ ਬਰੀ ਕਰਤਾ। ਠੀਕ ਹੈ। ਪਰ ਫਿਰ ਵੀ ਪੀੜਤ ਧਿਰ ਜਿਹੜੀ ਹੈ ਉਹ ਗਈ, ਪੀੜਤ ਧਿਰ ਗਈ ਸੁਪਰੀਮ ਕੋਰਟ ਤੱਕ ਕਿ ਸਾਡਾ ਇਹ ਹੋਣਾ ਚਾਹੀਦਾ। ਸੁਪਰੀਮ ਕੋਰਟ ਨੇ ਇੱਕ ਐਮਿਕਸ ਕਿਉਰੀ ਕਹਿੰਦੇ ਨੇ, ਜਿਹੜਾ ਮਤਲਬ ਅਦਾਲਤ ਦਾ ਮਿੱਤਰ ਵਕੀਲ, ਤੇ ਉਹਨੂੰ ਇਹ ਕਿਹਾ ਜਾਂਦਾ ਕਿ ਉਸ ਲੈਵਲ ਦੇ ਉੱਤੇ ਗੱਲਬਾਤ ਕਰਨ ਦੀ ਲੋੜ ਹੈ ਤੇ ਉਹ ਤੁਸੀਂ ਦੱਸੋ ਸਾਨੂੰ ਕੀ ਹਾਲਾਤ। ਉਸ ਹਾਲਾਤ ਦੇ ਵਿੱਚ ਉਹਨੇ ਕਿਹਾ ਕਿ ਕਿਉਂਕਿ ਸਾਡੇ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਵੀ ਕੋਈ ਮੰਤਰੀ ਹੈ ਜਾਂ ਜਿਹੜਾ ਕੋਈ ਬਾਕੀ ਦੇ ਉਹ ਨੇ ਅਹੁਦੇਦਾਰ ਜਿਹੜੇ ਉਸ ਮਿਨਿਸਟਰੀ ਦੇ ਵਿੱਚ ਨੇ, ਉਹ ਕਲੈਕਟਿਵ, ਉਹ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਤੇ ਚੱਲਦੇ ਨੇ। ਇਸ ਲਈ ਉਹਦਾ ਕਿਹਾ ਬਿਆਨ ਬਿਲਕੁਲ ਸਰਕਾਰ ਤੇ ਵੀ ਅਸਰ ਅੰਦਾਜ਼ ਹੁੰਦਾ, ਸਰਕਾਰ ਦਾ ਬਿਆਨ ਹੋਣਾ ਚਾਹੀਦਾ। ਉਹਨੇ ਲਿਆ ਕੇ ਇਹ ਉਹ ਦਿੱਤੀ ਸੀ। ਠੀਕ ਹੈ ਜੀ। ਪਰ ਉਦੋਂ ਬਾਅਦ ਮੁਕੱਦਮਾ ਸ਼ੁਰੂ ਹੋ ਗਿਆ ਸੀ। ਠੀਕ ਹੈ, ਸੁਣਵਾਈ ਸ਼ੁਰੂ ਹੋ ਗਈ। ਹੁਣ ਉਹ 2017 ਤੋਂ ਅੱਜ ਆ ਕੇ ਜਿਹੜੇ 5 ਜੱਜ, ਜਿਹੜੇ ਸੰਵਿਧਾਨਕ ਬੈਂਚ ਸੀ, ਜਿਹੜਾ ਕੱਲ ਵੀ ਜਿਨ੍ਹਾਂ ਨੇ ਨੋਟਬੰਦੀ ਤੇ ਵੀ ਜੱਜਮੈਂਟ ਦਿੱਤੀ, ਉਹ ਜੱਜਮੈਂਟਾਂ ਦੇ ਵਿੱਚ ਵੀ ਇੱਕ ਜੱਜ ਨੇ ਜਿਹੜੀ ਜਸਟਿਸ ਲੇਡੀ ਜੱਜ ਆ, ਜਸਟਿਸ BV ਨਾਗਰਤਨਾ, ਉਹਨਾਂ ਨੇ ਡੈਸੈਂਟ ਦਿੱਤਾ ਅਲੱਗ। ਤੇ ਅੱਜ ਦੀ ਜੱਜਮੈਂਟ ਚ ਵੀ ਨਵੇਖਲੀ ਗੱਲ ਇਹ ਹੈ ਕਿ ਉਹਨਾਂ ਨੇ 4 ਜੱਜਾਂ ਦੇ ਮੁਕਾਬਲੇ ਅਲੱਗ ਆਪਣੀ ਗੱਲ ਕੀਤੀ। ਸਰਕਾਰ ਵੀ, ਔਰ ਜਿਹੜੇ 4 ਜੱਜ ਸੀ ਉਹਨਾਂ ਚੋਂ ਇੱਕ ਕੱਲ ਰਿਟਾਇਰ ਹੋਣ ਵਾਲੇ ਨੇ, ਜਿਹੜੇ ਮੇਨ ਨੇ ਅਬਦੁਲ ਨਜ਼ੀਰ, ਜਿਹੜੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਬੈਂਚ ਹੈ, ਅਬਦੁਲ ਨਜ਼ੀਰ ਉਹਦੇ ਵਿੱਚ ਸੀਗੇ, ਔਰ BR ਗਵਈ ਉਹਦੇ ਵਿੱਚ ਸੀਗੇ, AS ਬੋਪਨਾਨਾ ਉਹਦੇ ਵਿੱਚ ਸੀਗੇ, S ਸੁਬਰਾਮਨੀਅਨ ਉਹਦੇ ਵਿੱਚ ਸੀਗੇ, ਤੇ ਇੱਕ ਜਸਟਿਸ ਜਿਹੜੇ ਨਾਗਰਤਨਾ। ਉਹਨਾਂ ਨੇ ਇਹ ਅਸਲ ਦੇ ਵਿੱਚ ਕੀਤਾ। ਉਹ 4 ਜੱਜਾਂ ਦਾ ਇਹ ਕਹਿਣਾ ਹੈ ਕਿ ਹਰ ਗੱਲ ਨੂੰ ਧੱਕੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇੱਕ ਮਿਨਿਸਟਰ ਦਾ ਜਾਂ ਇੱਕ VIP ਦਾ ਬਿਆਨ ਇਹ ਸਰਕਾਰੀ ਬਿਆਨ ਹੈ। ਦੂਜਾ ਉਹਨਾਂ ਨੇ ਇਹ ਕਹਿਤਾ, ਜਿਹੜਾ ਫੰਡਾਮੈਂਟਲ ਕੁਐਸਚਨ ਉਹਨਾਂ ਦੇ ਸਾਹਮਣੇ ਅਸਲ ਦੇ ਵਿੱਚ ਗਿਆ ਸੀ, ਕਿ ਕੀ ਜਿਹੜੇ ਇਹ ਚੁਣੇ ਹੋਏ ਨੁਮਾਇੰਦੇ ਨੇ, MLA MP, ਜਾਂ ਉਦੋਂ ਬਾਅਦ ਮਿਨਿਸਟਰ ਬਣਦੇ ਨੇ, ਜਾਂ ਚੀਫ ਮਿਨਿਸਟਰ, ਜਾਂ ਬਾਕੀ,
ਇਹਨਾਂ ਤੇ ਕੋਈ ਸਪੈਸ਼ਲ ਰੋਕ ਨਹੀਂ ਲੱਗਣੀ ਚਾਹੀਦੀ। ਹਾਂਜੀ, ਉਹਦਾ ਕਾਰਨ ਇਹ ਹੈ ਕਿਉਂਕਿ ਇਹਨਾਂ ਦੀ ਗੱਲ ਦਾ ਪ੍ਰਭਾਵ ਬੜਾ ਵੱਡਾ ਹੁੰਦਾ ਤੇ ਜਦੋਂ ਵੀ ਇਹ ਗੱਲ ਕੋਈ ਕਹਿੰਦੇ ਨੇ ਉਹਦਾ ਅਸਰ ਬਹੁਤ ਦੂਰ ਤੱਕ ਜਾਂਦਾ। ਉਹ 4 ਜੱਜਾਂ ਨੇ ਅਸਲ ਦੇ ਵਿੱਚ ਇਹ ਕਹਿਤਾ ਕਿ ਨਹੀਂ ਇਹ ਕੋਈ ਸਰਕਾਰੀ ਗੱਲ ਨਹੀਂ ਹੈ। ਬਿਆਨ ਜਿਹੜਾ ਸੰਵਿਧਾਨ ਦਾ ਆਰਟੀਕਲ 19(1)(a) ਹੈ, ਹਾਂਜੀ, ਉਹ ਸੰਵਿਧਾਨ ਦੇ ਆਰਟੀਕਲ ਦੇ ਮੁਤਾਬਕ ਫਰੀडम ਆਫ ਐਕਸਪ੍ਰੈਸ਼ਨ ਸਾਰਿਆਂ ਨੂੰ ਮਿਲਿਆ ਹੋਇਆ, ਠੀਕ ਹੈ, ਵਿਚਾਰ ਪ੍ਰਗਟਾਵੇ ਦਾ ਜਿਹੜੀ ਇੱਕ ਆਜ਼ਾਦੀ ਆ ਉਹ ਮਿਲੀ ਹੋਈ ਹੈ। ਉਸੇ ਕਿਸਮ ਦੀ ਆਜ਼ਾਦੀ ਇਹਨਾਂ ਨੂੰ ਹੈ, ਠੀਕ ਹੈ, ਜਿਹੜੀ ਆਜ਼ਾਦੀ ਬਾਕੀ ਨਾਗਰਿਕਾਂ ਨੂੰ ਮਿਲੀ ਹੈ। ਇਸ ਕਰਕੇ ਇਹਨਾਂ ਨੂੰ ਨਾ ਕੋਈ ਸਪੈਸ਼ਲ ਆਜ਼ਾਦੀ ਹੈ ਤੇ ਨਾ ਹੀ ਸਪੈਸ਼ਲ ਇਹਨਾਂ ਤੇ ਰੋਕ ਲੱਗ ਸਕਦੀ ਹੈ, ਰੋਕ ਲਾਉਣ ਦੀ ਗੱਲ ਹੈ। ਅਸਲ 'ਚ ਇੰਟਰਸਟਿੰਗ ਗੱਲ ਇਹ ਹੈ ਫਿਰ ਤੇ ਉਹਦੇ 'ਚ ਜਿਹੜੀ ਜਸਟਿਸ ਨਗਰਾਥਨ ਹੈ ਉਹਨਾਂ ਨੇ ਇਹ ਕਿਹਾ ਕਿ ਨਹੀਂ, ਮੈਂ ਉਹਨਾਂ ਦੇ ਇੱਕ ਡਿਸੈਂਟ ਆਪਣੇ ਤਰੀਕੇ ਨਾਲ ਨੋਟ ਕੀਤਾ। ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ ਕਿ ਇਹ ਜਿਹੜੇ ਬੰਦੇ ਹੁੰਦੇ ਨੇ ਚੁਣੇ ਹੋਏ ਨੁਮਾਇੰਦੇ ਤੇ ਜਾਂ ਸੈਲੀਬ੍ਰਿਟੀਜ਼ ਹੋਰ ਵੀ ਜਿਹੜਾ ਚੁਣੇ ਤੋਂ ਬਾਹਰ ਵੀ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਅਸਰ ਬਹੁਤ ਹੁੰਦਾ। ਹਾਂ, ਇੱਕ ਤਾਂ ਉਹਨਾਂ ਨੂੰ ਇਹ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ ਕਿ ਉਹਨਾਂ ਦਾ ਇੰਪੈਕਟ, ਉਹਨਾਂ ਦਾ ਪ੍ਰਭਾਵ, ਉਹਨਾਂ ਦੀ ਗੱਲ ਕਿੰਨੀ ਦੂਰ ਤੱਕ ਜਾਂਦੀ ਹੈ। ਹਾਂ, ਉਹਦਾ ਕੀ ਚੰਗਾ ਮਾੜਾ ਅਸਰ ਹੋ ਸਕਦਾ, ਕਿੰਨਾ ਆਮ ਨਾਗਰਿਕ ਦੀ ਗੱਲ ਦਾ ਅਸਰ ਤੇ ਇਹਨਾਂ ਦਾ ਅਸਰ ਅਲੱਗ-ਅਲੱਗ ਹੈ। ਇਸ ਲਈ ਉਹਨੂੰ ਵੱਖਰੀ ਤਰੀਕੇ ਨਾਲ ਬਚਣਾ ਪਏਗਾ, ਵੱਖਰੇ ਉਸ ਤਰੀਕੇ ਨਾਲ ਦੇਖਣ ਦਾ ਸਵਾਲ ਹੈ ਜੀ। ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਫਰੀडम ਆਫ ਐਕਸਪ੍ਰੈਸ਼ਨ ਸਾਡੇ ਵਰਗੇ ਦੇਸ਼ 'ਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ। ਉਹ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਇਹ ਸਮਝ ਆ ਸਕੇ ਗਵਰਨੈਂਸ ਕਿਵੇਂ ਚੱਲਦੀ ਹੈ, ਬਾਕੀ ਕਿਵੇਂ ਚੱਲਦੇ ਨੇ, ਉਹਦੇ ਖਿਲਾਫ ਜਾਂ ਪੱਖ ਜੋ ਵੀ ਗੱਲ ਕਰਦੇ ਨੇ ਉਹ ਹੋਣੀ ਚਾਹੀਦੀ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਬਿਆਨਬਾਜ਼ੀ ਹੇਟ ਕ੍ਰਾਈਮ ਤੱਕ, ਨਫ਼ਰਤ ਦੀ ਸਪੀਚ ਤੱਕ ਵੀ ਚਲੀ ਜਾਂਦੀ ਹੈ। ਔਰ ਜੇ ਨਫ਼ਰਤੀ ਸਪੀਚ ਤੱਕ ਜਾਂਦੀ ਹੈ ਜਿਹਦੇ ਨਾਲ ਬੇਹੱਦ ਮਾਹੌਲ, ਸਾਡੇ ਵਰਗਾ ਦੇਸ਼ ਜਿੱਥੇ ਵੰਨ-ਸੁਵੰਨੇ ਧਰਮ ਨੇ, ਵੰਨ-ਸੁਵੰਨੇ ਬੋਲੀਆਂ ਨੇ, ਵੰਨ-ਸੁਵੰਨਾ ਸੱਭਿਆਚਾਰ ਹੈ, ਤੇ ਜੇ ਉਹਦੀ ਸਪੀਚ ਕਿਸੇ ਇੱਕ ਧਿਰ ਨੂੰ ਧਿਆਨ 'ਚ ਰੱਖ ਕੇ ਟਾਰਗੇਟ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਧਰਮ ਨੂੰ, ਵਿਅਕਤੀ ਵਿਸ਼ੇਸ਼ ਨੂੰ ਹੈ, ਤਾਂ ਉਹ ਕਿਸੇ ਨੂੰ ਉਹ ਫਰੀडम ਆਫ ਐਕਸਪ੍ਰੈਸ਼ਨ ਦਾ ਕੁਐਸਚਨ ਨਹੀਂ ਹੈ। ਉਹਦੇ 'ਚ ਅਦਾਲਤ ਜਾਇਆ ਜਾ ਸਕਦਾ, ਹਰ ਨਾਗਰਿਕ ਦਾ ਹੱਕ ਹੈ ਕਿ ਉਹ ਅਦਾਲਤ ਜਾਵੇ ਜੀ। ਜੇ ਕਿਸੇ ਉਹਦੇ 'ਚ ਦੁਫੇੜ ਪਾਉਣ ਦੀ ਕੋਈ ਗੱਲ ਕਰਦਾ ਤੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਗੱਲ ਕਰਦਾ। ਔਰ ਇਹਦੇ ਨਾਲ ਦੀ ਨਾਲ ਉਹਨਾਂ ਨੇ ਕੁਝ ਸੁਜੈਸਟਿਵ ਰੂਪ ਦੇ ਵਿੱਚ ਵੀ ਆਪਣੀ ਗੱਲ ਕੀਤੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਕੀਤੀ ਹੈ ਕਿ ਇਹ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੈ ਕਿ ਕੀ ਪਾਰਲੀਮੈਂਟ ਕੋਈ ਕਾਨੂੰਨ ਬਣਾ ਕੇ ਇਹਨਾਂ ਗੱਲਾਂ ਤੇ ਰੋਕਣਾ ਚਾਹੁੰਦੀ ਹੈ। ਕਿਉਂਕਿ ਜਿਸ ਢੰਗ ਨਾਲ ਅੱਜ ਕੱਲ ਭਾਜੀ MP ਬੋਲ ਰਹੇ ਨੇ, ਉਹ ਬੀਬੀ ਸਾਧਵੀ ਕੀ ਆ, ਉਹਦਾ ਕਿੰਨਾ ਮਸਲਾ ਆਉਂਦਾ, ਉਹ MP ਬੋਲਦੀ ਹੈ, ਜਾਂ ਇਹ ਬੋਲਦੇ ਰਹੇ ਨੇ ਪਿਛਲੇ ਦਿਨਾਂ 'ਚ, ਇਵਨ ਅਨੁਰਾਗ ਠਾਕਰ ਦੇ ਬੋਲ ਜਾਂ ਜੋਗੀ ਦੇ ਬੋਲ ਵਿਵਾਦਾਂ 'ਚ ਰਹੇ ਨੇ। ਉਸ ਸਮੇਂ ਲੱਗਦਾ ਸੀ ਕਿ ਇੱਕ ਧਰਮ ਨੂੰ, ਇੱਕ ਫਿਰਕੇ ਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਉਸ ਤਰ੍ਹਾਂ ਦੇ ਉੱਤੇ ਲੈ ਕੇ ਕੀ ਉਹ ਫਿਰ ਸਰਕਾਰੀ ਬੋਲ ਮੰਨੇ ਜਾਣਗੇ ਜਾਂ ਨਹੀਂ, ਜਾਂ ਉਹ ਇਕੱਲੇ ਉਹਦੇ ਹੀ ਮੰਨੇ ਜਾਣਗੇ? ਇੱਥੇ ਫਿਰ ਆਜ਼ਾਦੀ ਵਾਲਾ ਪਹਿਲੂ ਕਿੱਥੇ ਰਹਿ ਗਿਆ? ਕਿਉਂਕਿ ਸਭ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਅਦਾਲਤ ਨੇ ਕਿਹਾ ਕਿ ਤੁਹਾਡੀ ਅਸਰ ਕਿੱਥੇ ਤੱਕ ਜਾਂਦਾ, ਸੋ ਬੋਲ ਦਾ ਅਸਰ ਕਿੱਥੇ ਤੱਕ ਜਾਂਦਾ, ਫਿਰ ਉਸ ਭਾਵ ਨੂੰ ਉਸ ਰੂਪ 'ਚ ਲਿਆ ਜਾਏਗਾ ਕਿ ਨਹੀਂ? ਅਸਲ ਦੇ ਵਿੱਚ ਗੱਲ ਇਹੀ ਹੈ, ਜਿਹੜੀ ਇਹਨਾਂ ਡਿਸੈਂਟਿੰਗ ਨੋਟ ਹੈ ਜਸਟਿਸ ਨੇ ਕਿਹਾ ਕਿ ਇਹ ਕਿਉਂਕਿ ਸੁਪਰੀਮ ਕੋਰਟ ਦੇ ਦਾਇਰੇ ਦੀ ਬਜਾਏ ਪਾਰਲੀਮੈਂਟ ਨੂੰ ਜ਼ਿਆਦਾ ਆਪਣੇ ਤਰੀਕੇ ਨਾਲ ਸੋਚਣਾ ਚਾਹੀਦਾ। ਜੇ ਉਹ ਕੋਈ ਜਿਹਾ ਲਾਅ ਬਣਾਵੇ ਆਪਣੀ ਵਿਜ਼ਡਮ ਦੇ ਆਧਾਰ ਤੇ, ਆਪਣੀ ਸਿਆਣਪ ਦਾ ਵਰਤੋਂ ਕਰੇ ਤੇ ਉਸ ਲਿਹਾਜ਼ ਨਾਲ ਉਹ ਕੋਈ ਕਾਨੂੰਨੀ ਦਾਇਰਾ ਖਿੱਚਣਾ ਚਾਹੁੰਦੀ ਹੈ ਤਾਂ ਪਾਰਲੀਮੈਂਟ ਨੂੰ ਸੋਚਣਾ ਚਾਹੀਦਾ। ਬਿਲਕੁਲ। ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਪੋਲੀਟੀਕਲ ਪਾਰਟੀਆਂ, ਜਿਹੜੀਆਂ ਪਾਰਟੀਆਂ ਮਤਲਬ ਇੱਥੇ ਰਾਜ ਭਾਗ ਚਲਾਉਣ ਦੇ ਜਾਂ ਬਾਕੀ ਦੇ ਸਾਰੇ ਬੰਦੋਬਸਤ ਦੇ ਵਿੱਚ ਆਉਂਦੀਆਂ ਨੇ, ਪਾਵਰ ਦਾ ਆਨੰਦ ਮਾਣਦੀਆਂ ਨੇ, ਬਾਕੀ ਚੀਜ਼ਾਂ ਦੀ ਵਰਤੋਂ ਕਰਦੀਆਂ ਨੇ, ਉਹਨਾਂ ਨੂੰ ਕੀ ਆਪਣੇ ਵਰਕਰਾਂ ਤੇ ਆਪਣੇ ਲੀਡਰਾਂ ਤੇ ਕੋਈ ਕੋਡ ਆਫ ਕੰਡਕਟ ਕੋਡ ਆਫ ਕੰਡਕਟ ਨਹੀਂ ਲਾਉਣਾ ਚਾਹੀਦਾ? ਉਹਨਾਂ ਨੂੰ ਵੀ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਕਿ ਤਾਂ ਕਿ ਜਿਹੜੀ ਇਹੋ ਜਿਹਾ ਲੈਵਲ ਹੁੰਦਾ ਮਤਲਬ ਨਫ਼ਰਤ ਦਾ ਹੱਦ ਜਾਂ ਵੰਡ ਪਾਉਣੀ ਜਾਂ ਕਲੈਸ਼ ਖੜਾ ਕਰਨਾ ਜਾਂ ਲੜਾਈ ਟਕਰਾਅ ਪੈਦਾ ਕਰਨਾ, ਉਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ, ਇਹਦੇ ਲਈ ਕੋਡ ਆਫ ਕੰਡਕਟ ਪੋਲੀਟੀਕਲ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਤੇ ਉਸ ਲੈਵਲ ਦਾ ਹੋਣਾ ਚਾਹੀਦਾ। ਹੁਣ ਸਭ ਤੋਂ ਬੜਾ ਕੁਐਸਚਨ ਇੱਕ ਨਾਲ ਦੀ ਨਾਲ ਇਹ ਵੀ ਆਉਂਦਾ ਹੈ ਕਿ ਜਿਹੜੀ ਇਹ ਜੱਜਮੈਂਟ ਹੈ ਤੇ ਇਹ ਦੋਨਾਂ ਦੀ ਮਤਲਬ ਐਗਜ਼ੈਕਟ ਠੀਕ ਕਿਹੜੀ ਜੱਜਮੈਂਟ ਹੈ? ਸਾਡੇ ਸੰਵਿਧਾਨ 'ਚ ਇਹੀ ਹੈ ਕਿ ਮੈਜੋਰਿਟੀ ਦੀ ਜੱਜਮੈਂਟ ਮੰਨੀ ਜਾਂਦੀ ਹੈ। 4 ਜੱਜ ਇੱਕ ਪਾਸੇ, ਇੱਕ ਜੱਜ ਪਿੱਛੇ ਚਾਹੇ ਇੱਕ। ਪਰ ਇਤਿਹਾਸ ਕਈ ਵਾਰ ਤੈਅ ਕਰਦਾ ਕਿ ਬਾਅਦ ਦੇ ਵਿੱਚ ਜਾ ਕੇ ਕਈ ਵਾਰ ਇਕੱਲੇ ਦੀ ਗੱਲ ਜ਼ਿਆਦਾ ਵਾਜਬ ਹੁੰਦੀ ਹੈ, ਜਿਹੜੀ ਲੌਜੀਕਲ ਹੁੰਦੀ ਹੈ ਉਸ ਲੈਵਲ ਤੇ। ਜਿਵੇਂ ਕੱਲ ਦੀ ਨੋਟਬੰਦੀ ਦੀ ਵੀ ਗੱਲ ਸੀ, ਉਹਦੇ ਤੇ ਬਹੁਤੇ ਲੋਕਾਂ ਨੇ ਉਸ ਦਲੀਲ ਨੂੰ ਮਹਿਸੂਸ ਕੀਤਾ, ਜਿਹੜੀ ਬੀਬੀ ਨੇ, ਜਿਹੜੀ ਮਹਿਲਾ ਜੱਜ ਦੀ ਰਿਕਮੈਂਡੇਸ਼ਨ ਜਾਂ ਆਪਣੀਆਂ ਡਿਸੈਂਟਿੰਗ ਨੋਟ ਸੀਗਾ। ਔਰ ਇਸੇ ਤਰ੍ਹਾਂ ਇਹ ਸਵਾਲ ਵੀ ਹੈ, ਹੁਣ ਇੱਕ ਨਵਾਂ ਸਵਾਲ ਪੈਦਾ ਹੋ ਗਿਆ ਹੈ ਇਸ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਨਾਲ, ਕੀ ਅੱਗੇ ਤੋਂ ਹੁਣ ਸਾਡੀ ਪਾਰਲੀਮੈਂਟ, ਹੁਣ ਸਾਡੀਆਂ ਮਿਨਿਸਟਰੀਆਂ, ਚਾਹੇ ਉਹ ਸਟੇਟ ਦੀ ਮਿਨਿਸਟਰੀ ਹੋਵੇ ਚਾਹੇ ਕੇਂਦਰ ਦੀ ਹੋਵੇ, ਉਹ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਤੇ ਨਹੀਂ ਚੱਲਣਗੀਆਂ?
ਕੀ ਇੱਕ ਦਾ ਕਿਹਾ ਔਰ ਸਰਕਾਰ ਦਾ ਨਹੀਂ ਮੰਨਿਆ ਜਾਏਗਾ? ਨਹੀਂ ਤਾਂ ਜਿਹੜੀ ਵੀ ਗੱਲ ਕੋਈ ਕਹੇਗਾ ਜਾਂ ਕੋਈ ਉਹਦਾ ਅੱਗੇ ਹੋਰ ਵਿਆਖਿਆ ਕਰਨ ਦੀ ਲੋੜ ਪਏ, ਕਿਤੇ ਇਹ ਤਾਂ ਨਹੀਂ ਹੋ ਗਿਆ ਇਹਦੀ ਆੜ ਦੇ ਵਿੱਚ ਕਿ ਜੀ ਮੰਤਰੀ ਤੋਂ ਬੁਲਾ ਵੀ ਦਿਓ ਗੱਲ, MP ਤੋਂ ਕਹਾ ਵੀ ਦਿਓ ਗੱਲ, MLA ਤੋਂ ਬੁਲਾ ਵੀ ਦਿਓ ਤੇ ਕਹਿ ਦਿਓ ਜੀ ਇਹ ਸਰਕਾਰ ਦਾ ਪੱਖ ਨਹੀਂ ਹੈ। ਇਹ ਤਾਂ ਜੀ ਉਹਦਾ ਨਿੱਜੀ ਬਿਆਨ ਹੈ, ਇਹਦਾ ਅੱਗੇ ਵੀ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਸੀ। ਹੁਣ ਪਰ ਉਹਦੇ ਵਿੱਚ ਕੀ ਅਦਾਲਤੀ ਫੈਸਲੇ ਦੀ ਆੜ, ਕਿਉਂਕਿ ਮੇਰੇ ਜ਼ਿਹਨ 'ਚ ਇੱਕ ਪਹਿਲੂ ਆਉਂਦਾ ਭਾਜੀ ਕਿ ਲਖੀਮਪੁਰ ਖੀਰੀ ਤੋਂ ਬਾਅਦ ਉੱਥੇ ਦਾ ਜਿਹੜਾ ਮੰਤਰੀ ਹੈ, ਅੱਜ ਵੀ ਉਹ ਕੇਂਦਰ ਦੇ ਵਿੱਚ ਮੰਤਰੀ ਹੈ, ਉਹਨੇ ਅਸਤੀਫਾ ਨਹੀਂ ਦਿੱਤਾ, ਛੱਡਿਆ ਨਹੀਂ, ਉਹਦਾ ਮੁੰਡਾ ਚਾਹੇ ਅੰਦਰ ਹੈ, ਤੇ ਉਹਦੀ ਵੀਡੀਓ ਵਾਇਰਲ ਹੁੰਦੀਆਂ ਨੇ। ਉਹ ਕਹਿੰਦਾ ਕਿ ਮੇਰਾ ਪੁਰਾਣਾ ਰਿਕਾਰਡ ਦੇਖ ਲਓ ਕਿਹੋ ਜਾ ਰਿਹਾ, ਮੇਰੇ ਨਾਲ ਜਿਹਨੇ ਟੱਕਰਨਾ ਹੈ ਉਹ ਆ ਕੇ ਮਿਲ ਲੈਣ। ਅਜਿਹੀ ਭਾਸ਼ਾ ਜਦੋਂ ਮੰਤਰੀ ਬੋਲਦਾ ਤਾਂ ਉਹਦਾ ਅਸਰ ਉਹਦੇ ਵਰਕਰਾਂ ਤੇ ਕਿੱਥੇ ਤੱਕ ਜਾਊਗਾ? ਸੋ ਇਸ ਲਈ ਅਜਿਹੇ ਬੋਲਾਂ ਦੇ ਉੱਤੇ ਫਿਰ ਕੀ ਇਹ ਸਰਕਾਰੀ ਬੋਲ ਨਾ ਮੰਨੇ ਜਾਣ, ਕਿ ਇਹਦੇ ਪਿੱਛੇ ਸਰਕਾਰ ਦੀ ਸ਼ਹਿ ਨਾ ਮੰਨੀ ਜਾਵੇ, ਇਸ ਨੂੰ ਲੈ ਕੇ ਚਰਚਾ ਹੋਏਗੀ ਨਾ ਫਿਰ ਤਾਂ। ਨਹੀਂ, ਇਹਦੇ ਚ ਦੋ ਤਰੀਕੇ ਨੇ। ਇੱਕ ਤਰੀਕਾ ਇਹ ਹੁੰਦਾ ਕਿ ਮੰਤਰੀ ਕਹਿੰਦਾ ਉਹ ਕਲੈਕਟਿਵ ਰਿਸਪੌਂਸਿਬਿਲਟੀ ਮਿਨਿਸਟਰੀ ਦਾ ਕੁਐਸਚਨ ਹੁੰਦਾ, ਇੱਕ ਹੁੰਦਾ ਕਿ ਉਸ ਪੋਲੀਟੀਕਲ ਪਾਰਟੀ ਦਾ ਲੀਡਰ ਕਹਿੰਦਾ, ਚਾਹੇ ਉਹ MLA MP ਵੀ ਹੋਵੇ ਔਰ ਨਾ ਵੀ ਹੋਵੇ, ਉਹ ਕਲੈਕਟਿਵ ਰਿਸਪੌਂਸਿਬਿਲਟੀ ਦਾ ਕੁਐਸਚਨ ਨਹੀਂ ਹੁੰਦਾ, ਪਾਰਟੀ ਦਾ ਅਹੁਦੇਦਾਰ ਉਹ ਪਾਰਟੀ ਦੀ ਅਪਰੋਚ ਦਾ ਸਵਾਲ ਹੁੰਦਾ। ਦੋ ਗੱਲਾਂ ਡਿਫਰੈਂਟ ਨੇ, ਸਮਝਣੀਆਂ ਪੈਣਗੀਆਂ, ਰਲਗੱਡ ਨਹੀਂ ਹੋਣੀਆਂ ਜੀ। ਜਿਹੜੀ ਤਾਂ ਪੋਲੀਟੀਕਲ ਗੱਲ ਹੁੰਦੀ ਹੈ, ਪੋਲੀਟੀਕਲ ਗੱਲ ਦੇ ਲਈ ਜਾਂ ਪਾਰਟੀ ਜ਼ਿੰਮੇਵਾਰ ਹੈ ਜਾਂ ਫਿਰ ਉਹ ਵਿਅਕਤੀ। ਜੇ ਉਹ ਵਿਅਕਤੀ ਜ਼ਿੰਮੇਵਾਰ ਹੈ, ਪਾਰਟੀ ਕਹਿੰਦੀ ਹੈ ਪਾਰਟੀ ਇਹਦੇ ਤੋਂ ਵੱਖਰੀ ਹੈ, ਤਾਂ ਪਾਰਟੀ ਨੂੰ ਅਲੱਗ ਸਟੈਂਡ ਲੈਣਾ ਪਏਗਾ। ਉਹ ਕਹਿੰਦੇ ਆ ਕਿ ਇਹਦਾ ਨਿੱਜੀ ਵਿਚਾਰ ਹੈ, ਮੈਂ ਇਹਦੇ ਪਰ ਨਾਲ ਦੀ ਨਾਲ ਅੱਜ ਕੱਲ੍ਹ ਸਾਡੇ ਚੱਲਦਾ ਕੀ ਹੈ, ਪਾਰਟੀਆਂ ਇਹ ਤਾਂ ਕਹਿ ਦਿੰਦੀਆਂ ਨੇ ਕਿ ਉਹਦਾ ਨਿੱਜੀ ਵਿਚਾਰ ਹੈ, ਜਿਹੜਾ MP MLA ਜਾਂ ਜਿਹੜਾ ਵੀ ਬੰਦਾ ਜੋ ਮਰਜ਼ੀ ਦੂਸ਼ਣਬਾਜ਼ੀ ਕਰਕੇ, ਪਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀਆਂ। ਤੇ ਜਦੋਂ ਤੁਸੀਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ, ਇਹਦਾ ਮਤਲਬ ਤੁਹਾਡੀ ਇੱਕ ਲੈਵਲ ਦੀ ਸਹਿਮਤੀ ਜਿਹੜੀ ਉਸ ਲੈਵਲ ਤੇ, ਜਾਂ ਤੁਹਾਡੇ ਆਸ਼ੀਰਵਾਦ ਨਾਲ ਹੋਇਆ ਥੱਪੜ ਨਾਲ, ਉਸ ਲੈਵਲ ਤੇ ਹੁੰਦਾ। ਇਸੇ ਤਰ੍ਹਾਂ ਫਿਰ ਮੰਤਰੀਆਂ ਦੀ ਗੱਲ, ਜਦੋਂ ਮੰਤਰੀ ਕੋਈ ਇਹੋ ਜੀ ਗੱਲ ਕਰਦੇ ਨੇ, ਜੇਕਰ ਉਹ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਤੇ ਚੱਲਦੀ ਹੈ ਸਰਕਾਰ, ਤਾਂ ਮੰਤਰੀ ਜ਼ਿੰਮੇਵਾਰ ਨਹੀਂ, ਪੂਰੀ ਸਰਕਾਰ ਜ਼ਿੰਮੇਵਾਰ ਹੈ। ਔਰ ਜੇ ਮੰਤਰੀ ਇਹੋ ਜੀ ਕੋਈ ਗੱਲ ਕਰਦੇ ਨੇ ਜਿਹੜੇ ਸਾਡੀਆਂ ਕਦਰਾਂ ਕੀਮਤਾਂ ਤੋਂ ਵੀ ਊਣੀ ਹੈ, ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਇੱਕ ਵੈਲਿਊ ਸਿਸਟਮ ਹੈ, ਮਤਲਬ ਅਸੀਂ ਕਹਿੰਦੇ ਭਾਈਚਾਰਾ ਕਾਇਮ ਰਹੇ, ਜਿਹੜਾ ਇਸ ਜੱਜਮੈਂਟ 'ਚ ਵੀ ਲਿਖਿਆ, ਫਰਟਰਨਿਟੀ ਦਾ ਸਵਾਲ, ਭਾਈਚਾਰੇ ਦਾ ਸਵਾਲ, ਏਕੇ ਦਾ ਸਵਾਲ, ਇਕਜੁੱਟਤਾ ਦੇ ਮਾਮਲੇ, ਜਾਂ ਇਨਸਾਨ ਦੀ ਇੰਡੀਵਿਜੂਅਲ ਇਨਸਾਨ ਦੀ ਜਿਹੜੀ ਡਿਗਨਿਟੀ ਹੈ, ਉਹਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਦਾ ਸਵਾਲ, ਇਹ ਸਾਰੇ ਸਵਾਲਾਂ ਤੋਂ ਉਲਟ ਜਿਹੜੀ ਬਿਆਨਬਾਜ਼ੀ ਹੈ, ਜੇ ਉਹ ਲੱਗਦੀ ਹੈ ਕਿ ਉਲਟ ਹੈ, ਤੁਹਾਨੂੰ ਵੀ ਲੱਗਦੀ ਹੈ, ਤਾਂ ਕੱਲਾ ਇਹ ਕਹਿ ਕੇ ਨਹੀਂ ਚੱਲਣਾ ਸਮਾਜਿਕ ਤੌਰ ਤੇ ਵੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ, ਤਾਂ ਉਹਨੂੰ ਮਤਲਬ ਅਸਹਿਮਤੀ ਜਤਾਉਂਦੇ ਹੋਏ ਕੁਝ ਨਾ ਕੁਝ ਉਹਦੇ ਖਿਲਾਫ ਕਾਰਵਾਈ ਵੀ ਕਿਸੇ ਟਾਈਪ ਦੀ, ਚਾਹੇ ਨਿੰਦਾ ਹੀ ਕਰੋ ਕਿ ਇਹਦੀ ਗਲਤ ਗੱਲ ਹੈ, ਅਸੀਂ ਇਹਦੇ ਨਾਲ ਨਹੀਂ ਕੋਈ ਮਤਾ ਪਾਸ ਕਰੋ, ਜਿੱਡਾ ਵੱਡਾ ਗੁਨਾਹ ਹੈ ਉਸ ਲੈਵਲ ਦੀ ਸਜ਼ਾ ਦਾ ਜਿਹੜਾ ਸਵਾਲ ਹੈ, ਚਾਹੇ ਸਸਪੈਂਡ ਕਰੋ, ਚਾਹੇ ਕੱਢੋ, ਜੋ ਮਰਜ਼ੀ ਕਰੋ, ਕੋਈ ਨਾ ਕੋਈ ਤਰੀਕਾ ਅਪਣਾਉਣ ਦੀ। ਦੇਖੇ ਤਾਂ ਸੀ ਨਾ ਕਿ ਥੋੜਾ ਐਕਸ਼ਨ ਹੈ। ਸੋ ਕੀ ਅੱਜ ਵਾਲੀ ਜੱਜਮੈਂਟ ਤੋਂ ਬਾਅਦ ਉਸ ਪਾਸੇ ਨੂੰ ਵੀ ਗੱਲ ਜਾਏਗੀ ਕਿ ਇੱਥੇ ਜਾ ਕੇ ਬ੍ਰੇਕ ਲੱਗ ਜਾਏਗੀ ਕਿ ਨਹੀਂ ਜੀ ਕਿ ਅਸੀਂ ਸਹਿਮਤ ਨਹੀਂ, ਗੱਲ ਖਤਮ, ਜਾਂ ਇਹ ਵਿਅਕਤੀ ਵਿਸ਼ੇਸ਼ ਦਾ ਹੀ ਬਿਆਨ ਆ, ਸਾਡਾ ਨਹੀਂ? ਕੀ ਤੁਹਾਨੂੰ ਲੱਗਦਾ ਕਿ ਇਹ ਤੋਂ ਬਾਅਦ ਉਸ ਵੱਲ ਪਾਰਟੀਆਂ ਜਾਂ ਸਰਕਾਰਾਂ ਵਧਣਗੀਆਂ? ਨਹੀਂ, ਰੌਲਾ ਹੀ ਇਹੀ ਹੈ ਕਿ ਡੈਸੈਂਟਿਕ ਜੱਜਮੈਂਟਾਂ ਅਲੱਗ-ਅਲੱਗ ਹੈ, ਦੋ ਧਾਰਾਵਾਂ ਆ ਗਈਆਂ ਨੇ ਉਸ ਸਾਰੇ ਮਾਮਲੇ 'ਚ। ਹੁਣ ਅੱਗੇ ਸੋਚਣ ਦਾ ਕੁਐਸਚਨ ਇਹੀ ਹੈ, ਔਰ ਜਿਹੜਾ ਅਦਾਲਤ ਮਿੱਤਰ ਨੇ ਉੱਥੇ ਜਾ ਕੇ ਕਿਹਾ, ਉਹਨੇ ਵੀ ਇਹੀ ਕਿਹਾ, ਐਮਿਕਸ ਕਿਉਰੀ ਨੇ, ਕਿ ਕਿਉਂਕਿ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ, ਇਸ ਲਈ ਸਰਕਾਰ ਇਹ ਤੋਂ ਭੱਜ ਨਹੀਂ ਸਕਦੀ ਉਸ ਬਿਆਨ ਤੋਂ। ਇਹਦਾ ਮਤਲਬ ਇੱਕ ਵੱਡੀ ਰਾਏ ਤਾਂ ਇਹ ਹੈਗੀ ਉਹ ਹੈ ਕਿ ਕਲੈਕਟਿਵ ਰਿਸਪੌਂਸਿਬਿਲਟੀ ਦੇ ਆਧਾਰ ਤੇ ਸਿਸਟਮ ਚੱਲਣਾ ਚਾਹੀਦਾ, ਨਹੀਂ ਤਾਂ ਕੱਲ ਨੂੰ ਐ ਇੱਧਰ ਉੱਧਰ ਜੋ ਵੀ ਮਰਜ਼ੀ ਸਰਕਾਰ ਦੀ ਪਾਲਿਸੀ ਹੁੰਦੀ ਹੈ, ਆਫਟਰ ਆਲ ਇੱਕ, ਜੇ ਉਸ ਪਾਲਿਸੀ ਨੂੰ ਤੋੜ ਕੇ ਕੋਈ ਬਿਆਨ ਨਾ ਹੁੰਦਾ ਹੈ ਤਾਂ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਇਕੱਲੇ ਦੀ। ਔਰ ਜੇਕਰ ਇਸ ਤਰੀਕੇ ਦੇ ਨਾਲ ਹੁਣ ਚੱਲਿਆ, ਆਉਣ ਵਾਲੇ ਦਿਨਾਂ ਦੇ ਵਿੱਚ ਕਈ ਲੋਕ ਇਹ ਕਹਿਣ ਲੱਗ ਜਾਣਗੇ ਜੀ ਹੁਣ ਤਾਂ ਸੁਪਰੀਮ ਕੋਰਟ ਦੀ ਇਹ ਜੱਜਮੈਂਟ ਹੈ ਵੀ ਇਹ ਸਭ ਤੇ ਲਾਗੂ ਐ ਨਹੀਂ ਹੋ ਸਕਦੀ, ਪਰ ਹੁਣ ਅੱਗੇ ਦਾ ਮਤਲਬ ਫਰਦਰ ਵੀ ਇੱਕ ਸਕੋਪ ਨਵਾਂ ਪੈਦਾ ਹੋ ਗਿਆ। ਕੀ ਲੋਕ ਨਵੀਆਂ ਪਟੀਸ਼ਨਾਂ 'ਚ ਜਾਣਗੇ ਕਿ ਫਿਰ ਕਿਹੜਾ ਦਾਇਰੇ ਨੂੰ ਸਮੂਹਿਕ ਰਿਸਪੌਂਸਿਬਿਲਟੀ, ਜੇ ਉਹਨਾਂ ਨੇ ਕਿਹਾ ਵੀ ਹਰ ਗੱਲ ਨੂੰ, ਹਰ ਬਿਆਨ ਨੂੰ, ਉਹਦੇ 'ਚ ਕੈਟਾਗਰੀਕਲੀ ਲਾਈਨ ਇਹ ਹੈ ਕਿ ਹਰ ਗੱਲ ਨੂੰ ਚੱਕ ਕੇ ਸਮੂਹਿਕ ਉਹਦੇ ਨਾਲ ਨਹੀਂ ਜੋੜ ਦੇਣਾ ਚਾਹੀਦਾ, ਗਵਰਨਮੈਂਟ ਦੀ ਪਾਲਿਸੀ ਨਾਲ, ਮਤਲਬ ਇੱਕ ਇੰਡੀਵਿਜੂਅਲ ਆਦਮੀ ਦਾ ਆਪਣੀ ਵੀ ਰਾਏ ਹੁੰਦੀ ਆ, ਪਰ ਫਿਰ ਉਹ ਦਾਇਰਾ ਕੌਣ ਤੈਅ ਕਰੂਗਾ? ਇਹ ਕੌਣ ਤੈਅ ਕਰੇਗਾ ਕਿ ਇਹਦਾ ਪਰਸਨਲ ਬਿਆਨ ਹੈ ਕਿ ਸਰਕਾਰ ਦਾ ਬਿਆਨ? ਸਰਕਾਰ ਦਾ ਬਿਆਨ ਹੈ, ਉਹਦੀ ਵੀ ਇੱਕ ਲక్ష్మణ ਰੇਖਾ ਖਿੱਚਣੀ ਪਊਗੀ ਨਾ ਕਿ ਆਹ ਦਾਇਰੇ ਜਿਹੜੀਆਂ ਗੱਲਾਂ ਹੋਣਗੀਆਂ ਇਹ ਉਹਦਾ ਸਮੂਹਿਕ ਦਾਇਰਾ ਹੋਏਗਾ, ਜਿਹੜੀਆਂ ਇਹ ਤੋਂ ਬਾਹਰ ਦੀਆਂ ਗੱਲਾਂ ਹੋਣਗੀਆਂ ਉਹਦਾ ਨਿੱਜੀ ਗੱਲਾਂ ਹੋਣਗੀਆਂ। ਬੀਬੀ ਮਹਿਲਾ ਜੱਜ ਨੇ ਇਹੀ ਸਵਾਲ ਕੀਤਾ ਨਾ, ਉਹਨਾਂ ਦਾ ਇਹੀ ਪੱਖ ਸੀ ਉਹਦੇ ਵਿੱਚ ਬਿਆਨ 'ਚ। ਉਹ ਕਹਿੰਦੀ ਕਿ ਜਿਹੜੇ ਕੋਈ ਵੱਡੇ ਮਸਲੇ ਪ੍ਰਭਾਵਿਤ ਕਰਦੇ ਨੇ ਉਹ ਸਰਕਾਰ ਦਾ ਬਿਆਨ ਮੰਨਿਆ ਜਾਊਗਾ, ਜੇ ਕੋਈ ਛੁੱਟ-ਪੁੱਟ ਬਿਆਨ ਆ ਕਹਿੰਦੀ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਨਿੱਜੀ ਬਿਆਨ ਆ। ਤੇ ਇਸ ਲਈ ਇਹਦਾ ਮਤਲਬ ਜਿਹੜੀ ਇਹ ਜੱਜਾਂ ਦੀ ਰਾਏ, ਇਹੀ ਲੋਕ ਰਾਏ ਵੀ ਤਾਂ ਫਿਰ ਇਸੇ ਤਰ੍ਹਾਂ ਬਣਦੀ ਹੈ ਨਾ, ਜੇ ਉਹਨਾਂ ਦੀ ਵੱਖਰੀ ਰਾਏ ਟੈਕਨੀਕਲੀ ਐ ਨਹੀਂ ਕਿਹਾ ਕਿ ਉਹ ਮੰਨਿਆ ਜਾਊਗਾ, ਪਰ ਉਹ ਇਹ ਕਹਿ ਰਹੇ ਨੇ ਕਿ ਇਹਨੂੰ ਬਿਲਕੁਲ ਐ ਛੱਡ ਨਹੀਂ ਦੇਣਾ ਚਾਹੀਦਾ, ਔਰ ਉਹਦੇ ਤੇ ਲੋਕ ਬੰਦੇ ਨੂੰ, ਇੰਡੀਵਿਜੂਅਲ ਬੰਦੇ ਨੂੰ ਕੋਰਟ ਦੇ ਵਿੱਚ ਜਾਣ ਦਾ ਹੱਕ ਹੈ।
ਔਰ ਇਹ ਹੋਣਾ ਚਾਹੀਦਾ, ਪਹਿਲਾਂ ਵੀ ਹੱਕ ਹੈ। ਔਰ ਜੇਕਰ ਕੋ ਉਹਨੂੰ ਲੱਗੇ ਕਿ ਸਾਡੇ ਖਿਲਾਫ ਹੈ ਜਾਂ ਇਸ ਲੈਵਲ ਦੀ ਗੱਲ ਹੈ ਜਾਂ ਨਫ਼ਰਤ ਫੈਲਾਉਣ ਵਾਲਾ ਹੈ ਜਾਂ ਸਾਡੇ ਭਾਈਚਾਰੇ ਦੀ ਮਾਨ ਸਨਮਾਨ ਦੇ ਖਿਲਾਫ ਹੈ ਜਾਂ ਖਾਸ ਤੌਰ ਤੇ ਜਬਰ ਕਰਨਾ ਵਰਗਾ ਤੱਕ ਕ੍ਰਾਈਮ ਹੈ, ਬਹੁਤ ਸੀਰੀਅਸ, ਬਿਲਕੁਲ ਇਹਨੂੰ ਤਾਂ ਮਤਲਬ ਛੂਟ ਦਿੱਤੀ ਹੋ ਨਹੀਂ ਜਾ ਸਕਦੀ। ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੁਸੀਂ ਅਦਾਲਤ ਜਾ ਸਕਦੇ ਹੋ, ਅਦਾਲਤਾਂ ਇਸੇ ਕੰਮ ਵਾਸਤੇ ਨੇ। ਬਿਲਕੁਲ। ਔਰ ਜੇਕਰ ਇਹਨਾਂ ਗੱਲਾਂ ਦੇ ਉੱਤੇ ਮਤਲਬ ਕਨਫਿਊਜ਼ਨ ਰਹੂਗਾ, ਉਲਝਣ ਰਹੂਗੀ, ਤਾਂ ਲਾਜ਼ਮੀ ਹੈ ਜਿਹੜੇ ਬੰਦੇ ਤਾਕਤਵਰ ਨੇ, ਰਸੂਖਵਾਨ ਨੇ, ਜਿਹੜੇ ਪਹਿਲਾਂ ਹੀ ਕਾਨੂੰਨ ਨੂੰ ਐ ਸਮਝਦੇ ਨੇ ਵੀ ਚੱਲ ਕਾਨੂੰਨ ਤਾਂ ਮੋਮ ਦੀ ਨੱਕ ਹੈ, ਜਿੱਧਰ ਮਰਜ਼ੀ ਮਰੋੜ ਲਓ, ਜਿਨ੍ਹਾਂ ਕੋਲ ਵੱਡੇ ਵਕੀਲ ਹੁੰਦੇ ਨੇ, ਜਿਨ੍ਹਾਂ ਕੋਲ ਦੀ ਅਦਾਲਤਾਂ ਤੱਕ ਪਹੁੰਚ ਆ ਜਾਂਦੇ ਨੇ, ਔਰ ਆਮ ਗਰੀਬ ਬੰਦੇ ਦੀ ਤਾਂ ਇੰਨਾ ਲੰਮਾ ਲੜਾਈ ਲੜਨ ਦੀ, ਸੁਪਰੀਮ ਕੋਰਟ ਜਾਣ ਦੀ ਹਿੰਮਤ ਨਹੀਂ, ਸੁਪਰੀਮ ਕੋਰਟ ਦਾ ਵਕੀਲ ਕਰਨ ਦੀ ਸਮਰੱਥਾ ਨਹੀਂ ਹੁੰਦੀ। ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਉਹ ਕੀ ਇਹਦੇ ਤੋਂ ਸੰਕੇਤ ਲੈਣਗੇ, ਇਹ ਕਾਫੀ ਵੱਡਾ ਕੁਐਸਚਨ ਹੈ। ਔਰ ਮੈਨੂੰ ਲੱਗਦਾ ਕਿ ਸਭ ਤੋਂ ਬੜਾ ਸਵਾਲ ਸਗੋਂ ਇਹ ਹੁੰਦਾ ਕਿ ਜਿਹੜੀ ਸੋਸਾਇਟੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿਹੜੇ ਮਾਡਲ ਨੂੰ ਅਸੀਂ ਚੁਣਿਆ ਕਿ ਅਸੀਂ ਜਮਹੂਰੀਅਤ ਦੇ ਵਿੱਚ ਯਕੀਨ ਰੱਖਦੇ ਹਾਂ ਤੇ ਉਸ ਪੱਧਰ ਦੀ ਗੱਲ ਕਰਦੇ ਹਾਂ, ਸੋਸਾਇਟੀ ਨੂੰ ਵਿਆਪਕ ਸੰਵਾਦ ਕਰਨਾ ਚਾਹੀਦਾ। ਆਪਣੇ ਨਾਗਰਿਕਾਂ ਦਾ ਦਾਇਰਾ ਕੀ ਹੋਵੇ, ਸੱਭਿਅਕ ਤੌਰ ਦੇ ਉੱਤੇ ਸਲੀਕਾ ਕੀ ਹੁੰਦਾ, ਬੋਲਣ ਦਾ ਅੰਦਾਜ਼, ਕਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ, ਕਿਵੇਂ ਕਲੈਕਟਿਵ ਰੂਪ ਦੇ ਵਿੱਚ ਅਸੀਂ ਵਿਚਰਨਾ ਹੈ, ਇੱਕ ਦੂਜੇ ਦਾ ਸਨਮਾਨ ਕਰਦੇ ਹੋਏ, ਕੋਐਗਜ਼ਿਸਟੈਂਸ ਜਿਹਨੂੰ ਕਹਿੰਦੇ ਆ, ਸਹਿ ਹੋਂਦ, ਕਿ ਵੱਖਰੇ ਵੱਖਰੇ ਧਰਮ, ਵੱਖੋ ਵੱਖਰੀਆਂ ਜਾਤਾਂ, ਵੱਖੋ ਵੱਖਰੇ ਜਿਹੜੇ ਮਤਲਬ ਬੋਲੀਆਂ ਦਾ ਸਵਾਲ, ਸੱਭਿਆਚਾਰਾਂ ਦਾ ਸਵਾਲ, ਇਹਨੂੰ ਕਿਵੇਂ ਬਣਨਾ। ਜਦੋਂ ਦੂਜੀ ਨੇਚਰ ਆਉਂਦੀ ਹੈ ਕਿ ਇੱਕ ਦੂਜੇ ਦੇ ਖਿਲਾਫ ਨਫ਼ਰਤ ਫੈਲਾਓ, ਇੱਕ ਧਰਮ ਦੀ ਦੂਜੇ ਧਰਮ ਦੇ ਲਈ ਆਪਣੀ ਸਿਆਸੀ ਗੇਮ ਖੇਡਣ ਦੇ ਵਾਸਤੇ ਜੋ ਮਰਜ਼ੀ ਤੁਸੀਂ ਕਰੋ, ਉਹਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਪੋਲੀਟੀਕਲ ਧਿਰਾਂ ਤੋਂ ਹੁੰਦੀ ਹੈ ਜ਼ਿਆਦਾਤਰ, ਕਿਉਂਕਿ ਉਹ ਉਹਨੂੰ ਵਰਤਦੀਆਂ ਨੇ ਉਸੇ ਤਰੀਕੇ ਨਾਲ। ਇਸੇ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਜਸਟਿਸ ਮਹਿਲਾ ਜੱਜ ਨੇ ਕਿਹਾ ਹੈ ਕਿ ਪਾਰਲੀਮੈਂਟ ਤੇ ਪਾਰਟੀਆਂ, ਇਹਨਾਂ ਨੂੰ ਇਹਦੇ ਤੇ ਮੰਥਨ ਕਰਨਾ ਚਾਹੀਦਾ। ਬਲਕਿ ਮੈਨੂੰ ਤਾਂ ਇਦੋਂ ਵੀ ਅੱਗੇ ਹੋਰ ਲੱਗਦਾ ਕਿ ਪੂਰਾ ਸਮਾਜ ਵੀ ਮੰਥਨ ਕਰੇ, ਪੂਰਾ ਸਮਾਜ, ਬਿਲਕੁਲ ਸਮਾਜ ਮੰਥਨ ਕਰੇ ਕਿ ਸਾਡੀ ਬੋਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਸਾਡਾ ਵਿਚਾਰ ਕਿਹੋ ਜਿਹਾ ਹੋਣਾ ਚਾਹੀਦਾ, ਸਾਡੀ ਭਾਈਚਾਰਕ ਸਾਂਝ ਕਿਹੋ ਜਿਹੀ ਹੋਣੀ ਚਾਹੀਦੀ ਹੈ। ਤੇ ਉਹਨਾਂ ਸਮਾਜ ਚੋਂ ਹੀ ਨਿਕਲੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਨੁਮਾਇੰਦੇ ਜਾਂ ਪਾਰਟੀਆਂ ਦੇ ਉਹ ਲੀਡਰ ਜਿਨ੍ਹਾਂ ਦੀ ਅਸਰ ਰਸੂਖ ਵਾਲੀ ਗੱਲ ਦੂਰ ਤੱਕ ਜਾਂਦੀ ਹੈ, ਜਿਨ੍ਹਾਂ ਦੀ ਪਹੁੰਚ ਦੂਰ ਤੱਕ ਦਾ। ਸੋ ਘੱਟੋ ਘੱਟ ਉਹ ਤਰ੍ਹਾਂ ਬੜਾ ਸੋਚ ਵਿਚਾਰ ਕੇ ਬੋਲਣ, ਨਾ ਕਿ ਉਹਨਾਂ ਦੇ ਬੋਲਾਂ ਚੋਂ ਨਫ਼ਰਤ ਝੱਲ ਕੇ, ਭਾਈਚਾਰਕ ਸਾਂਝ ਤੇ ਪਿਆਰ ਝੱਲ ਕੇ। ਇਸੇ ਲਈ ਇਸ ਪਹਿਲੂ ਨੂੰ, ਗੰਭੀਰ ਪਹਿਲੂ ਨੂੰ ਲੈ ਕੇ ਅਸੀਂ ਅੱਜ ਤੁਹਾਡੇ ਤੱਕ ਪਹੁੰਚੇ ਸੀ। ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਧੰਨਵਾਦ।